ਅੱਜ ਦਾ ਜਿਹੜਾ ਵਿਸ਼ਾ ਹੈ ਚੇਤ ਗੋਬਿੰਦ ਅਰਾਧੀਏ। ਚੇਤ ਸ਼ਬਦ ਇੱਥੇ ਮਹੀਨੇ ਦੇ ਨਾਮ ਦੇ ਰੂਪ ਚ ਆਇਆ। ਚੇਤ ਸ਼ਬਦ ਗੁਰਬਾਣੀ ਦੇ ਵਿੱਚ ਸਿਮਰਨ ਔਰ ਯਾਦਦਾਸ਼ਤ ਜਾਂ ਯਾਦ ਦੇ ਵਿੱਚ ਰੱਖਣਾ ਜਾਂ ਹਰ ਵੇਲੇ ਆਪਣੇ ਅੰਤਕਰਨ ਦੇ ਵਿੱਚ ਵਸਾ ਕੇ ਰੱਖਣਾ, ਇਸ ਰੂਪ ਦੇ ਵਿੱਚ ਵੀ ਆਇਆ। ਮਨ ਮੇਰੇ ਅੰਨ ਦਿਨ ਜਾਗ ਹਰ ਚੇਤ, ਉਸ ਨੂੰ ਹਮੇਸ਼ਾ ਹਿਰਦੇ ਦੇ ਵਿੱਚ ਵਸਾ ਕੇ ਰੱਖਣਾ। ਇੱਥੇ ਜਿਹੜਾ ਚੇਤ ਸ਼ਬਦ ਹੈ, ਚੇਤ ਗੋਬਿੰਦ ਅਰਾਧੀਏ, ਇੱਥੇ ਮਹੀਨੇ ਦਾ ਨਾਮ ਹੈ। ਪਰ ਸਵਾਲ ਤਾਂ ਇੱਕ ਪੈਦਾ ਹੁੰਦਾ ਹੈ ਕਿ ਚੇਤ, ਵਿਸਾਖ, ਜੇਠ, ਹਾੜ, ਸੌਣ, ਭਾਦੋ, ਇਹ ਜਿਹੜੇ ਦੇਸੀ ਮਹੀਨਿਆਂ ਦੇ ਨਾਮ ਨੇ, ਇਹਨਾਂ ਦਾ ਨਾਮਕਰਨ ਕਿਵੇਂ ਹੋਇਆ? ਕੋਈ ਕਾਰਨ ਤਾਂ ਹੈ ਨਾ ਕਿ ਇਹਨਾਂ ਮਹੀਨਿਆਂ ਦੇ ਨਾਮ ਜਿਹੜੇ ਨੇ ਉਹ ਇਸ ਤਰ੍ਹਾਂ ਕਿਵੇਂ ਆ ਗਏ। ਦਰਅਸਲ ਸਾਡੇ ਬ੍ਰਹਿਮੰਡ ਦੇ ਵਿੱਚ 27 ਨਛੱਤਰ ਨੇ। ਉਹਨਾਂ ਨਛੱਤਰਾਂ ਦੇ ਵੱਖ-ਵੱਖ ਨਾਮ ਨੇ, ਤੇ ਜਿਸ ਵੇਲੇ ਧਰਤੀ ਸੂਰਜ ਦੇ ਦੁਆਲੇ ਪਰਿਕਰਮਾ ਕਰਦੀ ਹੈ ਤੇ ਚੰਦਰਮਾ ਧਰਤੀ ਦੇ ਦੁਆਲੇ ਪਰਿਕਰਮਾ ਕਰਦਾ ਹੈ, ਉਸ ਸਮੇਂ ਜਿਸ ਨਛੱਤਰ ਦੇ ਕੋਲੋਂ ਇਹ ਲੰਘ ਰਹੇ ਹੁੰਦੇ ਨੇ, ਉਸ ਨਛੱਤਰ ਦੇ ਨਾਮ ਦੇ ਉੱਪਰ ਮਹੀਨੇ ਦਾ ਨਾਮ ਹੁੰਦਾ ਹੈ। ਜਿਸ ਤਰ੍ਹਾਂ ਹੁਣ ਚਿੱਤਰਾ ਨਛੱਤਰ ਹੈ, ਮਹੀਨੇ ਦਾ ਨਾਮ ਚੇਤਰ ਹੋਵੇਗਾ। ਫਿਰ ਮੇਘਾ ਨਛੱਤਰ ਹੈ, ਮਹੀਨੇ ਦਾ ਨਾਮ ਮਾਘ ਹੋਵੇਗਾ। ਵਿਸ਼ਾਖਾ ਨਛੱਤਰ ਹੈ, ਮਹੀਨੇ ਦਾ ਨਾਮ ਵਿਸਾਖ ਹੋਵੇਗਾ। ਜਿਸ ਨਛੱਤਰ ਦੇ ਕੋਲੋਂ ਪਰਿਕਰਮਾ ਦੇ ਦੌਰਾਨ ਇਹ ਸਭ ਤੋਂ ਨੇੜੇ ਹੁੰਦੇ ਨੇ, ਉਸ ਨਛੱਤਰ ਦੇ ਨਾਮ ਦੇ ਉੱਪਰ ਮਹੀਨੇ ਦਾ ਨਾਮ ਹੁੰਦਾ ਹੈ। ਗੋਬਿੰਦ ਅਕਸਰ ਭਾਰਤੀ ਸੰਸਕ੍ਰਿਤੀ ਦੇ ਵਿੱਚ ਗੋਬਿੰਦ ਦਾ ਅਰਥ ਕੇਵਲ ਤੇ ਕੇਵਲ ਗਊ ਦਾ ਮਾਲਕ ਬਣਦਾ ਹੈ। ਪਰ ਜੇਕਰ ਤੁਸੀਂ ਗੁਰਬਾਣੀ ਦੇ ਸ਼ਬਦਕੋਸ਼ ਦੇ ਵਿੱਚ ਅਕਾਲ ਬੋਧਿਕ ਰੂਪ ਦੇ ਵਿੱਚ ਇਸ ਸ਼ਬਦ ਦਾ ਅਰਥ ਲੱਭੋ ਤਾਂ ਗੋ ਦਾ ਅਰਥ ਹੈ ਧਰਤੀ, ਵਿੰਦ ਦਾ ਅਰਥ ਹੈ ਆਸਰਾ, ਜਿਹੜਾ ਸਾਰੀ ਸ੍ਰਿਸ਼ਟੀ ਦਾ ਆਸਰਾ ਹੈ, ਭਾਵ ਪਰਮਾਤਮਾ। ਅਰਾਧੀਏ ਉਹਦਾ ਸਿਮਰਨ ਕਰਨਾ, ਇਹਦੇ ਅਰਥ ਨੂੰ ਅਸੀਂ ਸਾਰੇ ਜਾਣਦੇ ਹਾਂ। ਅਗਲੀ ਗੱਲ ਹੈ ਹੋਵੇ ਆਨੰਦ ਘਣਾ। ਆਨੰਦ ਸੰਸਕ੍ਰਿਤ ਦਾ ਸ਼ਬਦ ਹੈ, ਔਰ ਤੁਸੀਂ ਭਾਸ਼ਾਈ ਅਸੂਲ ਦੇ ਵਿੱਚ ਇੱਕ ਗੱਲ ਵੇਖੋਗੇ ਕਿ ਜਿਸ ਸ਼ਬਦ ਦੇ ਅੱਗੇ ਐੜਾ ਲੱਗ ਜਾਵੇ ਨਾ, ਉਹ ਸ਼ਬਦ ਦਾ ਜਿਹੜਾ ਅਰਥ ਹੈ ਉਲਟ ਹੋ ਜਾਂਦਾ ਹੈ। ਮਿਸਾਲ ਦੇ ਤੌਰ ਤੇ ਧਰਮ ਅੱਗੇ ਐੜਾ ਲੱਗ ਗਿਆ ਤੇ ਅਧਰਮ, ਵਿਸ਼ਵਾਸ ਅਵਿਸ਼ਵਾਸ, ਰਾਜਨੀਤਿਕ ਅਰਾਜਨੀਤਿਕ, ਸਮਾਜਿਕ ਅਸਮਾਜਿਕ। ਪਰ ਆਨੰਦ ਸ਼ਬਦ ਇੱਕ ਐਸਾ ਹੈ ਜਿਸ ਦੇ ਅੱਗੇ ਕੋਈ ਹੋਰ ਅੱਖਰ ਲੱਗ ਹੀ ਨਹੀਂ ਸਕਦਾ। ਇਸੇ ਕਰਕੇ ਰੂਹਾਨੀਅਤ ਦੇ ਮੰਡਲ ਦੇ ਵਿੱਚ ਆਨੰਦ ਦੀ ਮਹਿਸੂਸ ਕਰਨ ਦੀ ਅਵਸਥਾ ਥੋੜੀ ਛੋਟੀ ਵੱਡੀ ਤਾਂ ਹੋ ਸਕਦੀ ਹੈ, ਪਰ ਇਹ ਨਹੀਂ ਹੋ ਸਕਦਾ ਕਿ ਮਨੁੱਖ ਨੂੰ ਸਿਮਰਨ ਦੇ ਵਿੱਚ ਆਨੰਦ ਨਾ ਆਵੇ। ਇਹ ਕਦੀ ਨਹੀਂ ਹੋ ਸਕਦਾ। ਇੰਨਾ ਜ਼ਰੂਰ ਹੈ ਕਿ ਆਪੋ ਆਪਣੇ ਕਰਮਾਂ ਦੇ ਸਦਕਾ, ਕਰਮੀ ਆਪੋ ਆਪਣੀ ਕੇ ਨੇੜੇ ਕੇ, ਆਪੋ ਆਪਣੇ ਕਰਮਾਂ ਦੇ ਸਦਕਾ ਅਸੀਂ ਪਰਮਾਤਮਾ ਦੇ ਕਿੰਨੇ ਨੇੜੇ ਹਾਂ ਤੇ ਉਸ ਰੂਹਾਨੀ ਮੰਡਲ ਦੇ ਵਿੱਚ ਅਸੀਂ ਕਿੰਨਾ ਆਨੰਦ ਮਾਣਦੇ ਹਾਂ। ਇਹ ਮਨੁੱਖ ਦੀ ਆਪਣੀ ਅਵਸਥਾ ਹੈ, ਪਰ ਇਹ ਨਹੀਂ ਹੋ ਸਕਦਾ ਕਿ ਤੁਸੀਂ ਪਰਮਾਤਮਾ ਦੇ ਉਸ ਰੂਹਾਨੀ ਮੰਡਲ ਦੇ ਨੇੜੇ ਹੋਵੇ ਤੇ ਆਨੰਦ ਹੋਵੇ ਹੀ ਨਾ। ਫਿਰ ਅਗਲਾ ਸ਼ਬਦ ਆ ਜਾਂਦਾ ਹੈ ਘਣਾ। ਮੈਂ ਸੋਚਦਾ ਕਿ ਕੇਵਲ ਤੇ ਕੇਵਲ ਇਸ ਚੀਜ਼ ਦੀ ਵਿਆਖਿਆ ਜ਼ਰੂਰ ਕੀਤੀ ਜਾਵੇ। ਆਨੰਦ ਘਣਾ, ਘਣਾ ਦਾ ਭਾਵ ਹੁੰਦਾ ਸੰਘਣਾ, ਘਣੀ ਸ਼ਾ ਸੰਘਣਾ, ਜਿਹਦੇ ਵਿੱਚੋਂ ਹੋਰ ਕੋਈ ਚੀਜ਼ ਜਿਹੜੀ ਹੈ ਨਾ ਉਹ ਪਾਰਦਰਸ਼ਤਾ ਦੇ ਨਾਲ ਕ੍ਰਾਸ ਹੀ ਨਾ ਹੋ ਸਕੇ। ਮਿਸਾਲ ਦੇ ਤੌਰ ਤੇ ਗਰਮੀਆਂ ਦੇ ਵਿੱਚ ਉਸ ਰੁੱਖ ਦੀ ਛਾਂ ਨੂੰ ਘਣੀ ਛਾਂ ਕਿਹਾ ਜਾਂਦਾ ਹੈ, ਜਿਹਦੇ ਵਿੱਚੋਂ ਧੁੱਪ ਦੀ ਇੱਕ ਕਿਰਨ ਵੀ ਜਿਹੜੀ ਹੈ, ਇੱਕ ਅੰਸ਼ਕ ਮਾਤਰ ਵੀ ਧੁੱਪ ਜਿਹੜੀ ਹੈ ਉਹ ਪਾਰ ਨਾ ਆ ਸਕੇ। ਘਣਾ ਸ਼ਬਦ ਉੱਥੇ ਵਰਤਿਆ ਜਾਂਦਾ ਹੈ। ਆਨੰਦ ਘਣਾ, ਇਹਦੇ ਫਿਰ ਅੱਗੇ ਦੋ ਰੂਪ ਨੇ। ਵਿਅਕਤੀਗਤ ਤੌਰ ਤੇ ਕਿ ਵਿਅਕਤੀਗਤ ਤੌਰ ਤੇ ਮਨੁੱਖ ਕਿਸ ਘਣੇ ਆਨੰਦ ਦੇ ਵਿੱਚ ਹੈ, ਤੇ ਸਮੂਹਿਕ ਤੌਰ ਤੇ ਕੌਮੀ ਆਨੰਦ ਕਿੱਥੇ ਪਿਆ। ਔਰ ਵਿਅਕਤੀਗਤ ਤੌਰ ਤੇ ਰੂਹਾਨੀ ਮੰਡਲ ਦੇ ਇਸ ਆਨੰਦ ਨੂੰ ਮਾਣਨ ਦੇ ਵਾਸਤੇ ਮਨੁੱਖ ਨੂੰ ਜਾਂ ਕਿਸੇ ਵੀ
ਮਹਾਂਪੁਰਖ ਨੂੰ, ਉਸ ਨੂੰ ਵੀ ਸਖਤ ਘਾਲਣਾਵਾਂ ਦੇ ਵਿੱਚੋਂ ਲੰਘਣਾ ਪੈਂਦਾ। ਤੇ ਸਮੂਹਿਕ ਤੌਰ ਤੇ ਇੱਕ ਕੌਮ ਨੂੰ ਰਾਜ ਭਾਗ ਮੰਨਣ ਦੇ ਵਾਸਤੇ ਵੀ ਬਹੁਤ ਸਾਰੀਆਂ ਘਾਲਣਾਵਾਂ ਦੇ ਵਿੱਚੋਂ ਲੰਘਣਾ ਪੈਂਦਾ। ਇਹ ਐਵੇਂ ਜਿਹਾ ਸਭ ਕੁਝ ਨਹੀਂ ਆ ਜਾਂਦਾ। ਜਿਸ ਮਨੁੱਖ ਨੂੰ ਅਸੀਂ ਅੱਜ ਸੋਚਦੇ ਹਾਂ ਕਿ ਉਹ ਰੂਹਾਨੀਅਤ ਦੇ ਮੰਡਲ ਦੇ ਵਿੱਚ ਬੜੀ ਆਨੰਦਮਈ ਅਵਸਥਾ ਦੇ ਵਿੱਚ ਹੈ, ਤਾਂ ਉਸ ਨੇ ਵੀ ਆਪਣਾ ਜੀਵਨ ਬਹੁਤ ਵੱਡੀ ਪ੍ਰੀਖਿਆ ਦੇ ਵਿੱਚੋਂ ਕੱਢਿਆ ਹੁੰਦਾ ਹੈ। ਤੇ ਜਦੋਂ ਕੌਮ ਆਪਣੇ ਹਲੇਮੀ ਰਾਜ ਦੇ ਸੰਕਲਪ ਦੀ ਪੂਰਤੀ ਕਰਦੀ ਹੈ ਤੇ ਕੌਮ ਦਾ ਜੀਵਨ ਵੀ ਬਹੁਤ ਉਤਰਾਵਾਂ ਚੜਾਵਾਂ ਦੇ ਵਿੱਚੋਂ ਗੁਜ਼ਰਦਾ ਹੈ। ਇਹਨਾਂ ਦੋ ਗੱਲਾਂ ਨੂੰ ਸਮਝਣਾ ਬੜਾ ਜ਼ਰੂਰੀ ਹੈ। ਵਿਅਕਤੀਗਤ ਤੌਰ ਤੇ ਵੀ ਆਨੰਦ ਦੀ ਪ੍ਰਾਪਤੀ ਦੇ ਕਰਨ ਦੇ ਵਾਸਤੇ ਮਨੁੱਖ ਨੂੰ ਸਮੱਸਿਆਵਾਂ ਚੋਂ ਲੰਘਣਾ ਪੈਂਦਾ ਹੈ, ਤੇ ਸਮੂਹਿਕ ਤੌਰ ਤੇ ਵੀ ਕਿਸੇ ਕੌਮ ਨੂੰ ਆਪਣੇ ਨਿਸ਼ਾਨੇ ਦੀ ਪ੍ਰਾਪਤੀ ਕਰਨ ਦੇ ਵਾਸਤੇ ਬਹੁਤ ਸਾਰੇ ਉਤਰਾਵਾਂ ਚੜਾਵਾਂ ਚੋਂ ਲੰਘਣਾ ਪੈਂਦਾ। ਇਹ ਵਰਤਾਰਾ ਦੋਹੇ ਪੱਖਾਂ ਦੇ ਉੱਪਰ ਇਸ ਤਰ੍ਹਾਂ ਹੀ ਵਾਪਰਦਾ ਹੈ, ਸਮੂਹਿਕ ਤੌਰ ਤੇ ਵੀ ਤੇ ਵਿਅਕਤੀਗਤ ਤੌਰ ਤੇ ਵੀ। ਇਹ ਵਰਤਾਰਾ ਬਿਲਕੁਲ ਇੰਝ ਹੀ ਵਾਪਰਦਾ ਹੈ। ਮੈਂ ਤੁਹਾਡੇ ਨਾਲ ਇੱਕ ਉਦਾਹਰਣ ਸਾਂਝੀ ਕਰਨੀ ਹੈ। ਜੇਕਰ ਤੁਸੀਂ ਉਸ ਉਦਾਹਰਣ ਦਾ ਇੱਕ ਰੂਪ ਵੇਖੋਗੇ, ਆਨੰਦ ਦੀ ਵਿਆਖਿਆ ਦੇ ਵਿੱਚ ਉਹਦਾ ਇੱਕ ਰੂਪ ਵੇਖੋਗੇ ਤੇ ਬੜਾ ਛੋਟਾ ਜਿਹਾ ਨਜ਼ਰ ਆਵੇਗਾ। ਜਦੋਂ ਉਸ ਸਾਰੇ ਵਰਤਾਰੇ ਦਾ ਅਤੀਤ ਵੇਖੋਗੇ ਤੇ ਬਹੁਤ ਵੱਡਾ ਨਜ਼ਰ ਆਵੇਗਾ। ਪਰ ਹੈ ਗੱਲ ਬੜੀ ਆਮ ਜੀ। ਤੁਸੀਂ ਸਾਰੇ ਇੱਥੇ ਗੁਰੂ ਦੀ ਹਾਜ਼ਰੀ ਦੇ ਵਿੱਚ ਬੈਠੇ ਹੋ, ਤੁਸੀਂ ਬਸਤਰ ਪਹਿਨੇ ਹੋਏ ਨੇ, ਉਹਨਾਂ ਨੂੰ ਪਹਿਨਣ ਦਾ ਪ੍ਰਯੋਜਨ ਕਾਰਨ ਭਾਈ ਗੁਰਦਾਸ ਆਪਣੀ ਇੱਕ ਵਾਰ ਦੀ ਆਖਰੀ ਪੰਕਤੀ 'ਚ ਕਰਦੇ ਨੇ, ਲੱਜਣ ਕੱਜਣ ਆਪ ਕਜਾਇਆ। ਇਹ ਅੰਤਮ ਅਵਸਥਾ ਹੈ ਜਿਸ ਦੀ ਮੈਂ ਉਦਾਹਰਨ ਦੇਣੀ ਹੈ। ਲੱਜਣ ਕੱਜਣ ਆਪ ਕਜਾਇਆ। ਤੁਸੀਂ ਵਸਤਰ ਪਹਿਨੇ ਨੇ ਕਿ ਉਹ ਵਸਤਰ ਇਵੇਂ ਦੇ ਹੋਣ ਜਿਹਦੇ ਵਿੱਚੋਂ ਸਰੀਰਕ ਕਿਸੇ ਅੰਗ ਦੀ ਅਸ਼ਲੀਲਤਾ ਜ਼ਾਹਰ ਨਾ ਹੋਵੇ। ਇਹ ਹੈ ਲੱਜਿਆ। ਕੱਜਣ, ਤੁਹਾਡਾ ਸਰੀਰ ਇਸ ਤਰ੍ਹਾਂ ਦੇ ਨਾਲ ਕੱਜਿਆ ਜਾਵੇ ਕਿ ਸੰਗਤ ਦੇ ਵਿੱਚ ਬੈਠਿਆਂ ਤੁਹਾਨੂੰ ਕੋਈ ਕਸ਼ਟ ਮਹਿਸੂਸ ਨਾ ਹੋਵੇ, ਭਾਵ ਕਿ ਤੁਸੀਂ ਆਨੰਦ ਦੇ ਵਿੱਚ ਹੋਵੋ। ਹੈ ਤੇ ਕੱਪੜਾ, ਇੱਕ ਕੱਪੜੇ ਦੀ ਉਦਾਹਰਨ ਹੈ ਨਾ, ਕਿ ਤੁਸੀਂ ਆਪਣੇ ਸਰੀਰ ਨੂੰ ਵੀ ਢੱਕਿਆ ਤੇ ਸਰੀਰ ਨੂੰ ਇਸ ਤਰ੍ਹਾਂ ਦੇ ਕੱਪੜੇ ਦੇ ਨਾਲ ਢੱਕਿਆ ਕਿ ਤੁਹਾਨੂੰ ਇੱਥੇ ਸੰਗਤ ਦੇ ਵਿੱਚ ਬੈਠਣ ਦੇ ਵਿੱਚ ਕੋਈ ਦਿੱਕਤ ਨਾ ਹੋਵੇ, ਆਨੰਦ ਦੇ ਵਿੱਚ ਤੁਸੀਂ ਗੁਰੂ ਸਾਹਿਬ ਦੀ ਬਾਣੀ ਦਾ ਆਨੰਦ ਮਾਣ ਸਕੋ। ਲੱਜਣ ਕੱਜਣ ਆਪ ਕਜਾਇਆ। ਪਰ ਇਹਦਾ ਜਿਹੜਾ ਸ਼ੁਰੂਆਤੀ ਦੌਰ ਹੈ, ਤੁਸੀਂ ਸਾਰਿਆਂ ਨੇ ਕੱਪੜੇ ਪਹਿਨੇ ਨੇ। ਹੁਣ ਭਾਈ ਗੁਰਦਾਸ ਕਹਿੰਦੇ ਨੇ ਕਿ ਤੁਸੀਂ ਦੋ ਚੀਜ਼ਾਂ ਤੇ ਵੇਖ ਲਈਆਂ, ਲੱਜਣ ਤੇ ਕੱਜਣ। ਤੁਸੀਂ ਸਰੀਰ ਨੂੰ ਢੱਕ ਲਿਆ, ਆਨੰਦ ਦੇ ਨਾਲ ਬੈਠ ਗਏ, ਪਰ ਜਿਹੜਾ ਕੱਪੜਾ ਤਨ ਤੇ ਪਾਇਆ ਹੈ, ਜਿਸ ਕੱਪੜੇ ਨੂੰ ਪਾ ਕੇ ਅੱਜ ਤੁਸੀਂ ਆਨੰਦ ਮਹਿਸੂਸ ਕਰ ਰਹੇ ਹੋ, ਕਿਤੇ ਉਸ ਕੱਪੜੇ ਦਾ ਪਿਛੋਕੜ ਵੇਖਿਆ? ਉਹਨੂੰ ਵੇਖਣਾ ਬਹੁਤ ਜ਼ਰੂਰੀ ਹੈ। ਨਹੀਂ ਤੇ ਸੱਚਮੁੱਚ ਤੁਸੀਂ ਇਸ ਅਵਸਥਾ ਨੂੰ ਨਹੀਂ ਸਮਝ ਸਕੋਗੇ। ਭਾਈ ਗੁਰਦਾਸ ਕਹਿੰਦੇ ਨੇ, ਕਹਿੰਦੇ ਹੋਏ ਵੜੇਵਾਂ ਜੱਗ ਵਿੱਚ, ਵੜੇਵਾਂ ਕਾਟਨ ਸੀਡ, ਕਪਾਹ ਦਾ ਬੀਜ ਜਿਸ ਨੂੰ ਵੜੇਵਾਂ ਕਿਹਾ ਜਾਂਦਾ, ਬੀਜੇ ਤਨ ਖੇਹ ਨਾਲ ਰਲਾਇਆ। ਜੇਕਰ ਕਪਾਹ ਦਾ ਬੀਜ ਪਹਿਲਾਂ ਆਪਣਾ ਆਪਾ ਮਿੱਟੀ ਦੇ ਵਿੱਚ ਰੁੱਲ ਕੇ ਬਰਬਾਦ ਨਾ ਕਰਦਾ ਤੇ ਕਦੀ ਕਪਾਹ ਦਾ ਬੂਟਾ ਪੈਦਾ ਨਾ ਹੁੰਦਾ। ਇਹਦਾ ਮਤਲਬ ਕਿ ਜਿਸ ਬਸਤਰ ਦਾ ਤੁਸੀਂ ਅੱਜ ਆਨੰਦ ਮਾਣ ਰਹੇ ਹੋ, ਉਸ ਆਨੰਦ ਦੇ ਪਿੱਛੇ ਪਹਿਲੀ ਘਾਲਣਾ ਸ਼ੁਰੂ ਹੋ ਜਾਂਦੀ ਹੈ ਕਿ ਕਪਾਹ ਦੇ ਬੀਜ ਨੇ ਆਪਣਾ ਆਪਾ ਉਸ ਮਿੱਟੀ ਦੇ ਵਿੱਚ ਖਤਮ ਕਰ ਦਿੱਤਾ। ਇੱਕ ਸ਼ਾਇਰ ਨੇ ਬੜੀ ਪਿਆਰੀ ਗੱਲ ਕਹੀ ਹੈ, ਮੁਸਲਮਾਨ ਹੈ, ਮਿਟਾ ਦੇ ਆਪਣੀ ਹਸਤੀ को अगर कुछ मर्तबा चाहे कि दाना खाक में मिलकर गुले गुजार होता है। सब तो पहला अपना आप मिटाउना पैना। आनंद की अवस्था बाद दी है, आप गवाईए तो शौह पाइए। पहली गल अपना आप मिटाउना, पर मिटाउना कित्थे? अगला सवाल फिर पैदा हो जाता है। उही बीज होवे, उन्होंने पत्थर दे विच सुट दिओ, बीज बर्बाद हो जाएगा, उगेगा नहीं। बीज दे अंदर उगण का गुण है, उगण की ताकत है, पर उहदे वास्ते जमीन भी जरखेज चाहिए है।
ਸਾਡੇ ਬਹੁਤ ਸਾਰੇ ਵੀਰ ਐਸੇ ਨੇ, ਅੰਦਰ ਰੂਹਾਨੀਅਤ ਦਾ ਚਾਹ ਹੈ, ਪਰ ਉਸ ਰੂਹਾਨੀਅਤ ਦੇ ਚਾਹ ਨੂੰ ਪੱਥਰਾਂ ਦੇ ਵਿੱਚ ਬਰਬਾਦ ਕਰ ਦਿੰਦੇ ਨੇ। ਕੋਈ ਪੱਥਰਾਂ ਨੂੰ ਮੱਥੇ ਟੇਕ ਕੇ ਬਰਬਾਦ ਕਰ ਦਿੰਦਾ ਹੈ, ਤੇ ਕੋਈ ਦੇਹਧਾਰੀਆਂ ਦੇ ਡੇਰੇ ਦੇ ਵਿੱਚ ਬਰਬਾਦ ਕਰ ਦਿੰਦਾ ਹੈ। ਉਹ ਕਿਹੜੀ ਜ਼ਰਖੇਜ਼ ਜ਼ਮੀਨ ਹੈ ਜਿੱਥੇ ਇਸ ਰੂਹਾਨੀਅਤ ਦੇ ਬੀਜ ਦੇ ਬੂਟੇ ਦਾ ਆਨੰਦ ਮਾਣਿਆ ਜਾ ਸਕਦਾ ਹੈ। ਗੁਰੂ ਨਾਨਕ ਸੱਚੇ ਪਾਤਸ਼ਾਹ ਨੂੰ ਸਵਾਲ ਕੀਤਾ ਕਿ ਪਾਤਸ਼ਾਹ, ਗੁਰਤਾ ਗੱਦੀ ਤੁਸੀਂ ਲਹਿਣਾ ਜੀ ਨੂੰ ਦੇ ਦਿੱਤੀ ਹੈ, ਹੁਣ ਇਹ ਦੁਨੀਆ ਦੇ ਇਤਿਹਾਸ ਦੇ ਵਿੱਚ ਇੰਜ ਕਦੀ ਹੋਇਆ ਹੀ ਨਹੀਂ ਜੋ ਗੁਰੂ ਨਾਨਕ ਸਾਹਿਬ ਨੇ ਕਰਕੇ ਵਿਖਾ ਦਿੱਤਾ। ਮੈਂ ਤਕਰੀਬਨ ਦੁਨੀਆ ਦੇ ਧਰਮਾਂ ਦਾ ਇਤਿਹਾਸ ਪੜ੍ਹਿਆ, ਕਿਸੇ ਵੀ ਇਤਿਹਾਸ ਦੇ ਵਿੱਚ ਇੱਕ ਵੀ ਮਿਸਾਲ ਐਸੀ ਨਹੀਂ ਮਿਲਦੀ ਕਿ ਕਿਸੇ ਰਹਿਬਰ ਨੇ ਆਪਣੇ ਜਿਉਂਦੇ ਜੀ ਆਪਣਾ ਰਹਿਬਰਪਨ ਕਿਸੇ ਦੂਜੇ ਦੀ ਝੋਲੀ 'ਚ ਪਾ ਦਿੱਤਾ ਹੋਵੇ। ਔਰ ਇਸ ਗੱਲ ਦਾ ਜ਼ਿਕਰ ਭਾਈ ਸਾਹਿਬ ਭਾਈ ਗੁਰਦਾਸ ਬਹੁਤ ਪਿਆਰਾ ਕਰਦੇ ਨੇ। ਉਹ ਕਹਿੰਦੇ ਨੇ ਕਿ ਗੁਰੂ ਨਾਨਕ ਸੱਚੇ ਪਾਤਸ਼ਾਹ ਨੇ ਥਾਪਿਆ ਲਹਿਣਾ ਜੀਮ ਦੇ, ਆਪਣੇ ਜਿਉਂਦੇ ਜੀ ਹੀ ਲਹਿਣੇ ਨੂੰ ਅੰਗਤ ਬਣਾ ਦਿੱਤਾ। ਹੁਣ ਸਰੀਰ ਕਰਕੇ ਤਾਂ ਦੋਵੇਂ ਨੇ, ਗੁਰੂ ਨਾਨਕ ਸਾਹਿਬ ਵੀ ਸੰਸਾਰ ਦੇ ਸਰੀਰ ਕਰਕੇ ਹਾਜ਼ਰ ਨੇ, ਲਹਿਣਾ ਜੀ ਵੀ ਹਾਜ਼ਰ ਨੇ। ਤੇ ਇੱਕ ਸਿੱਖ ਸਵਾਲ ਕਰਦਾ ਹੈ, ਪਾਤਸ਼ਾਹ ਹੁਣ ਤੁਹਾਡਾ ਨਿਵਾਸ ਕਿੱਥੇ ਹੈ? ਵੀ ਜੇ ਤੁਸੀਂ ਸਰੀਰ ਕਰਕੇ ਸਾਡੇ ਕੋਲ ਨਾ ਹੋਏ ਤੇ ਤੁਸੀਂ ਕਿੱਥੇ ਹੋਵੋਗੇ? ਗੁਰੂ ਸਾਹਿਬ ਦਾ ਜਵਾਬ ਬੜਾ ਪਿਆਰਾ ਹੈ, ਕਹਿੰਦੇ ਗੁਰਸਿੱਖਾ ਨਾ ਮੜੀ ਨਾ ਗੌੜ, ਗੁਰ ਅੰਗਦ ਕੇ ਹੀਏ ਮੈਂ, ਮੇਰਾ ਨਿਵਾਸ ਹੁਣ ਗੁਰੂ ਅੰਗਦ ਦੇ ਹਿਰਦੇ ਦੇ ਵਿੱਚ ਹੈ, ਮੈਂ ਬਾਹਰ ਕਿਤੇ ਨਹੀਂ ਹੈ। ਔਰ ਇਹ ਨਿਵਾਸ ਕਿਉਂ ਸੀ? ਕਿਉਂਕਿ ਗੁਰੂ ਸ਼ਬਦ ਸੀ। ਸਰੀਰ ਦਾ ਨਿਵਾਸ ਤੇ ਹੁੰਦਾ ਹੀ ਨਹੀਂ, ਨਿਵਾਸ ਤੇ ਸ਼ਬਦ ਦਾ ਹੁੰਦਾ ਹੈ। ਹੁਣ ਇਸ ਬੀਜ ਨੂੰ ਜਿਸ ਦੇ ਅੰਦਰ ਰੂਹਾਨੀ ਮੰਡਲ ਦੇ ਵਿੱਚ ਉੱਗਣ ਦਾ ਚਾਹ ਹੈ, ਇਸ ਨੂੰ ਜ਼ਮੀਨ ਕਿਵੇਂ ਦੀ ਚਾਹੀਦੀ ਹੈ? ਭਾਈ ਸਾਹਿਬ ਭਾਈ ਗੁਰਦਾਸ ਕਹਿੰਦੇ ਨੇ, ਹੋਏ ਵੜੇਵਾਂ ਜੱਗ ਵਿੱਚ, ਫਿਰ ਉਸ ਨੇ ਆਪਣੇ ਆਪ ਨੂੰ ਮਿੱਟੀ 'ਚ ਮਿਲਾ ਦਿੱਤਾ, ਬੀਜੇ ਤਨ ਖੇਹ ਨਾਲ ਰਲਾਇਆ। ਗੁਰੂ ਨਾਨਕ ਸਾਹਿਬ ਗੁਜਰਾਤ ਗਏ। ਗੁਜਰਾਤ ਮੋਦੀ ਵਾਲਾ ਗੁਜਰਾਤ ਨਹੀਂ, ਪਾਕਿਸਤਾਨ ਵਾਲਾ ਗੁਜਰਾਤ। ਉੱਥੇ ਗਏ ਤੇ ਮਰਦਾਨਾ ਜੀ ਨਾਲ ਨੇ ਇੱਕ ਘਰ ਦੇ ਅੱਗੇ ਪਹੁੰਚੇ। ਪੁਰਾਤਨ ਜਨਮ ਸਾਖੀ ਦੇ ਵਿੱਚ ਬਹੁਤ ਪਿਆਰਾ ਜ਼ਿਕਰ ਹੈ ਇਸ ਦਾ। ਇੱਕ ਘਰ ਦੇ ਅੱਗੇ ਰੁਕੇ ਤੇ ਮਰਦਾਨੇ ਨੂੰ ਇੱਕ ਸਵਾਲ ਕੀਤਾ ਹੈ, ਮਰਦਾਨਿਆ ਕਿਸਕਾ ਗ੍ਰਹਿ ਹੈ ਚਾਰ ਧਵਜ ਝੂਲਤੇ ਹਨ? ਮਰਦਾਨਿਆ ਇਹ ਕਿਹਦਾ ਘਰ ਹੈ? ਚਾਰ ਝੰਡੇ ਝੂਲ ਰਹੇ ਨੇ। ਹੁਣ ਸਾਡੇ ਨਵੇਂ ਵੀਰਾਂ ਦੇ ਕੋਲੋਂ ਤਾਂ ਇਹ ਸ਼ਬਦ ਖਤਮ ਹੋ ਗਏ ਨੇ, ਪੁਰਾਣੇ ਬਜ਼ੁਰਗਾਂ ਨੂੰ ਪਤਾ ਹੋਵੇਗਾ। ਕਈ ਵਾਰੀ ਕਿਸੇ ਨੂੰ ਤਲਖੀ 'ਚ ਕਹਿਣਾ ਨਾ ਤੇਰੇ ਕੋਲ ਕੀ ਆ, ਤੇ ਉਹਦਾ ਅੱਗੋਂ ਜਵਾਬ ਹੁੰਦਾ ਹੈ ਜੇ ਮੇਰੇ ਕੋਲ ਕੁਛ ਨਹੀਂ, ਤੇਰੇ ਕਿਹੜੇ ਝੰਡੇ ਝੂਲਦੇ ਨੇ। ਸੋ ਝੰਡੇ ਝੂਲਣ ਦੇ ਪਿੱਛੇ ਵੀ ਇੱਕ ਗੱਲ ਸੀ, ਇੱਕ ਰਾਜ ਸੀ, ਜਿਹੜਾ ਗੁਰੂ ਨਾਨਕ ਸਾਹਿਬ ਨੇ ਕਿਹਾ ਮਰਦਾਨਿਆ ਕਿਸਕਾ ਗ੍ਰਹਿ ਚਾਰ ਧਵਜ ਝੂਲਤੇ, ਚਾਰ ਝੰਡੇ ਝੂਲ ਰਹੇ ਨੇ। ਇਹ ਤੁਰਕੀ ਦੇ ਹਾਕਮਾਂ ਨੇ ਸ਼ੁਰੂ ਕੀਤਾ ਸੀ ਤੇ ਤਕਰੀਬਨ ਅੰਗਰੇਜ਼ਾਂ ਤੱਕ ਹਿੰਦੁਸਤਾਨ 'ਚ ਰਿਹਾ। ਜਿਸ ਵਿਅਕਤੀ ਦੇ ਕੋਲ 1 ਲੱਖ ਸੋਨੇ ਦੀਆਂ ਮੋਹਰਾਂ ਦੀ ਮਲਕੀਅਤ ਹੋਵੇ, ਜਾਇਦਾਦ ਹੋਵੇ, ਆਪਣੇ ਘਰ ਦੇ ਉੱਪਰ ਇੱਕ ਝੰਡਾ ਲਹਿਰਾ ਸਕਦਾ ਸੀ। ਚਾਰ ਝੰਡੇ ਝੂਲਣੇ ਮਤਲਬ ਕਿ ਪਰਿਵਾਰ ਬਹੁਤ ਅਮੀਰ ਹੈ। ਪੁੱਛਿਆ ਕੌਣ ਹੈ? ਪਤਾ ਲੱਗਾ ਕਿ ਬਹੋੜੂ ਦੇ ਪਰਿਵਾਰ ਦੇ ਵਿੱਚੋਂ ਇਸ ਵਿਅਕਤੀ ਦਾ ਨਾਮ ਬਾਬਾ ਸੌਣ ਹੈ ਤੇ ਬਹੁਤ ਅਮੀਰ ਵਪਾਰੀ ਹੈ। ਗੁਰੂ ਨਾਨਕ ਸੱਚੇ ਪਾਤਸ਼ਾਹ ਉੱਤੇ ਰੁਕੇ। 1 ਦਿਨ 2 ਦਿਨ 3 ਦਿਨ ਗੁਰੂ ਪਾਤਸ਼ਾਹ ਸੰਗਤ ਦੇ ਨਾਲ ਉਸ ਰੂਹਾਨੀ ਬਾਣੀ ਦੀ ਸਾਂਝ ਪਾਉਂਦੇ ਨੇ। ਮਰਦਾਨਾ ਜੀ ਰਬਾਬ ਵਜਾਉਂਦੇ ਨੇ ਤੇ ਉਹ ਬਾਬਾ ਸੌਣ ਜਿਹੜਾ ਬਹੁਤ ਅਮੀਰ ਹੈ, ਉਹ ਰੋਜ਼ ਆਉਂਦਾ ਹੈ, ਰੋਜ਼ ਆਉਂਦਾ ਹੈ ਸੰਗਤ ਦੇ ਵਿੱਚ। ਲੋਕ ਬੜੇ ਹੈਰਾਨ ਨੇ, ਬਈ ਇਹ ਤਾਂ ਕਦੀ ਇਸ ਤਰ੍ਹਾਂ ਕਿਸੇ ਤੋਂ ਪ੍ਰਭਾਵਿਤ ਨਹੀਂ ਸੀ ਹੋਇਆ। ਇਹ ਤਾਂ ਸਿਰਫ ਆਪਣੇ ਪੈਸੇ, ਆਪਣੀ ਅਮੀਰੀ, ਆਪਣੇ ਉਸ ਮਟੀਰੀਅਲਿਜ਼ਮ ਦੇ ਵਿੱਚ ਇਹ ਤਾਂ ਉੱਥੇ ਗਵਾਚਾ ਰਹਿੰਦਾ ਸੀ। ਪਰ ਬੜੀ ਅਜੀਬ ਗੱਲ ਹੈ, ਹੁਣ ਇਹ ਸਾਰਾ ਦਿਨ ਇਸ ਰੂਹਾਨੀ ਰਹਿਬਰ ਦੀ ਸੰਗਤ ਕਰਦਾ ਹੈ। ਤੇ ਜਿਸ ਦਿਨ ਗੁਰੂ ਨਾਨਕ ਸਾਹਿਬ ਗੁਜਰਾਤ ਤੋਂ ਵਾਪਸ ਚੱਲਣ ਲੱਗੇ ਤੇ ਹੱਥ ਜੋੜ ਕੇ ਬੈਠ ਗਿਆ ਬਾਬਾ ਸੌਣ।
ਕਹਿੰਦਾ ਬਾਬਾ ਤੇਰੇ ਬਾਝ ਮਨ ਨਾ ਧਰੇ, ਬਾਬਾ ਹੁਣ ਮੈਂ ਤੇਰੇ ਬਿਨਾਂ ਰਹਿ ਨਹੀਂ ਸਕਦਾ, ਜਾਂ ਤੂੰ ਰਹਿ ਜਾ ਤੇ ਜਾਂ ਮੈਨੂੰ ਵੀ ਲੈ ਜਾ। ਕਿੰਨਾ ਪਿਆਰ ਕਿ ਇਹ ਬਾਬਾ ਹੁਣ ਮੈਂ ਤੇਰੇ ਬਿਨਾਂ ਰਹਿ ਨਹੀਂ ਸਕਦਾ, ਜਾਂ ਤਾਂ ਤੂੰ ਇੱਥੇ ਰਹਿ ਜਾ ਤੇ ਜਾਂ ਫਿਰ ਮੈਨੂੰ ਵੀ ਨਾਲ ਲੈ ਜਾ। ਤੇ ਗੁਰਦੇਵ ਪਾਤਸ਼ਾਹ ਦਾ ਜਵਾਬ ਬੜਾ ਪਿਆਰਾ ਹੈ। ਉਹਨਾਂ ਬਾਬਾ ਸੌਣ ਕਹਿ ਕੇ ਸੰਬੋਧਿਤ ਕੀਤਾ, ਬਾਬਾ ਸੌਣ ਰਹਿ ਤਾਂ ਮੈਂ ਸਕਦਾ ਨਹੀਂ, ਪਰ ਇੱਕ ਗੱਲ ਸਮਝ ਕਿ ਤੂੰ ਸ਼ਬਦ ਦੇ ਨਾਲ ਜੁੜ, ਸਰੀਰ ਦੇ ਨਾਲ ਨਹੀਂ। ਜੇ ਤੂੰ ਮੇਰੇ ਸਰੀਰ ਦੇ ਨਾਲ ਜੁੜ ਗਿਆ ਹੈ ਨਾ, ਫਿਰ ਤਾਂ ਕਦੀ ਮਿਲਾਪ ਹੋ ਹੀ ਨਹੀਂ ਸਕਦਾ, ਕਿਉਂਕਿ ਸਰੀਰ ਕਰਕੇ ਇਸ ਸੰਸਾਰ ਤੋਂ ਸਾਰਿਆਂ ਨੇ ਜਾਣਾ ਹੈ। ਪਰ ਜੇਕਰ ਤੂੰ ਸ਼ਬਦ ਦੇ ਨਾਲ ਜੁੜ ਜਾਵੇਂਗਾ ਨਾ, ਫਿਰ ਕਦੀ ਵਿਛੋੜਾ ਨਹੀਂ ਪੈ ਸਕਦਾ, ਫਿਰ ਤੂੰ ਕਦੀ ਵੀ ਵਿਛੜ ਨਹੀਂ ਸਕਦਾ। ਅਸੀਂ ਪਾਵਨ ਬਾਣੀ 'ਚ ਪੜ੍ਹਦੇ ਹਾਂ ਨਾ, ਇਹ ਸੱਜਣ ਮਿਲੇ ਨਾ ਵਿਛੜੇ, ਜੇ ਆਪ ਮਿਲੇ ਕਰਤਾਰ। ਸ਼ਬਦ ਦੇ ਸਦਕਾ ਹੁਣ ਬਾਬਾ ਸੌਣ ਨੂੰ ਗੁਰੂ ਨਾਨਕ ਸਾਹਿਬ ਨੇ ਕਿਹਾ ਕਿ ਜੇਕਰ ਸਰੀਰ ਦੇ ਨਾਲ ਜੁੜੇਗਾ ਤੇ ਮਿਲਾਪ ਨਹੀਂ, ਸ਼ਬਦ ਦੇ ਨਾਲ ਜੁੜੇਗਾ ਤੇ ਵਿਛੋੜਾ ਨਹੀਂ। ਬਾਬੇ ਸੌਣ ਨੇ ਗੁਰੂ ਨਾਨਕ ਸਾਹਿਬ ਦੀ ਗੱਲ ਮੰਨ ਲਈ। ਮਤਲਬ ਕੀ ਕਿ ਰੂਹਾਨੀਅਤ ਦਾ ਬੀਜ ਤੇ ਪ੍ਰਗਟ ਹੋਇਆ, ਪਰ ਉਸ ਨੂੰ ਜ਼ਮੀਨ ਜਰਖੇਜ਼ ਮਿਲ ਗਈ। ਗੁਰੂ ਨਾਨਕ ਸਾਹਿਬ ਨੇ ਬਿਧ ਸਮਝਾ ਦਿੱਤੀ ਕਿ ਜੇਕਰ ਹੁਣ ਤੂੰ ਇਸ ਰੂਹਾਨੀਅਤ ਦਾ ਆਨੰਦ ਮਾਣਨਾ ਹੈ ਤੇ ਸ਼ਬਦ ਦੇ ਨਾਲ ਜੁੜ ਜਾ। ਫਿਰ ਵਿਗਾਸ, ਫਿਰ ਖੇੜਾ। ਫਿਰ ਅਗਲੀ ਅਵਸਥਾ ਕੀ ਹੈ? ਜਦੋਂ ਬੀਜ ਨੇ ਆਪਣਾ ਆਪਾ ਮਿਲਾ ਲਿਆ ਜ਼ਰਖੇਜ਼ ਜ਼ਮੀਨ ਦੇ ਵਿੱਚ, ਫਿਰ ਬੂਟੀ ਹੋਈ ਕਪਾਹ ਦੀ ਹੱਸ ਹੱਸ ਟੀਂਡੇ ਆਪ ਖਿੜਾਇਆ। ਫਿਰ ਉਸ ਦਾ ਇਸ ਵਿਗਾਸ ਤੋਂ ਬਾਅਦ ਵਿਕਾਸ ਸ਼ੁਰੂ ਹੋ ਗਿਆ। ਪਹਿਲਾਂ ਤਾਂ ਆਨੰਦ ਦੇ ਵਿੱਚ ਆਪਣਾ ਆਪਾ ਸਮਰਪਿਤ ਕਰ ਦਿੱਤਾ, ਹੁਣ ਉਸ ਦਾ ਅੱਗੋਂ ਵਿਕਾਸ ਸ਼ੁਰੂ ਹੋ ਗਿਆ। ਬਾਬਾ ਸੌਣ ਸ਼ਬਦ ਦੇ ਨਾਲ ਜੁੜ ਗਿਆ। ਮੈਂ ਥੋੜਾ ਜਿਹਾ ਪਿਛੋਕੜ ਦੇ ਵਿੱਚ ਜਾਵਾਂ। ਇੱਕ ਰਾਜਾ ਹੋਇਆ ਧੱਜ। ਧੱਜ ਦਾ ਪੁੱਤਰ ਸੀ ਕੋਧੱਜ। ਕੋਧੱਜ ਦਾ ਇੱਕ ਬੇਟਾ ਸੀ ਕਰਨ। ਕਰਨ ਦਾ ਅੱਗੋਂ ਇੱਕ ਬੇਟਾ ਸੀ ਕੈਸ਼ਵ। ਕੈਸ਼ਵ ਦਾ ਬੇਟਾ ਸੀ ਚਾਡਾ। ਉਸ ਦਾ ਇੱਕ ਪੁੱਤਰ ਸੀ ਕੰਵਰ ਥਿੱਡਾ। ਅੱਗੋਂ ਦੇ ਦੋ ਪੁੱਤਰ ਸੀ ਮੋਲਾ ਤੇ ਮੋਤਾ। ਤੇ ਮੋਤੇ ਦੇ ਪਰਿਵਾਰ ਦੇ ਵਿੱਚੋਂ ਬਾਬਾ ਬਹੋੜੂ ਤੇ ਬਾਬੇ ਬਹੋੜੂ ਦੇ ਪਰਿਵਾਰ ਦੇ ਵਿੱਚੋਂ ਬਾਬਾ ਸੌਣ। ਹੁਣ ਬਾਬਾ ਸੌਣ ਜੁੜ ਗਿਆ ਸ਼ਬਦ ਦੇ ਨਾਲ। ਜਿਹੜਾ ਰੂਹਾਨੀਅਤ ਦਾ ਅੰਦਰ ਤਾਂਘ ਪੈਦਾ ਹੋਈ, ਜਿਹੜਾ ਚਾਹ ਪੈਦਾ ਹੋਇਆ, ਉਸ ਨੂੰ ਮਾਰਗਦਰਸ਼ਨ ਸਹੀ ਮਿਲ ਗਿਆ। ਤੇ ਗੁਰੂ ਨਾਨਕ ਸਾਹਿਬ ਨੇ ਦੱਸ ਦਿੱਤਾ ਕਿ ਬਾਬਾ ਸ਼ਬਦ ਦੇ ਨਾਲ ਜੁੜ, ਤੇਰਾ ਪਰਿਵਾਰ ਹੀ ਜੁੜਿਆ ਰਹੇਗਾ। ਔਰ ਸੱਚਮੁੱਚ ਉਹ ਪਰਿਵਾਰ ਹੀ ਜੁੜਿਆ ਰਿਹਾ। ਬਾਬੇ ਸੌਣ ਦਾ ਬੇਟਾ ਸੀ ਬਾਬਾ ਅਰਥਾ। ਬਾਬੇ ਅਰਥੇ ਦਾ ਬੇਟਾ ਬਾਬਾ ਬਿੰਨਾ। ਬਾਬੇ ਬਿੰਨੇ ਦਾ ਸਪੁੱਤਰ ਬਾਬਾ ਦਾਸਾ ਤੇ ਬਾਬਾ ਦਾਸਾ ਦਾ ਸਪੁੱਤਰ ਭਾਈ ਬਖਣ ਸ਼ਾਹ ਲਬਾਣਾ। ਪਰਿਵਾਰ ਹੀ ਜੁੜਿਆ ਰਿਹਾ। ਗੁਰੂ ਨਾਨਕ ਸਾਹਿਬ ਦੇ ਸਮੇਂ ਜੁੜੇ ਤੇ ਗੁਰੂ ਤੇਗ ਬਹਾਦਰ ਸਾਹਿਬ ਗੁਰੂ ਲਾਧੋ ਰੇ ਕਹਿ ਕੇ ਗੁਰੂ ਸਾਹਿਬ ਨੂੰ ਸੰਸਾਰ ਮੰਚ ਦੇ ਉੱਪਰ ਸੰਗਤ 'ਚ ਪ੍ਰਗਟ ਕਰਦੇ ਨੇ। ਪਰ ਕੀ ਇਸ ਵਿਕਾਸ ਦਾ ਜਿਹੜਾ ਵਿਗਾਸ ਤੋਂ ਸ਼ੁਰੂ ਹੋਇਆ ਸੀ, ਜਿਹੜਾ ਖੇੜੇ ਤੋਂ ਆਪਾ ਗਵਾਉਣ ਤੋਂ ਸ਼ੁਰੂ ਹੋਇਆ ਸੀ, ਕੀ ਇਸ ਦੀ ਮੰਜ਼ਿਲ ਸਿਰਫ ਇੰਨੀ ਸੀ ਬਾਬਾ ਮੱਖਣ ਸ਼ਾਹ ਲਬਾਣਾ ਤੱਕ? ਇਬਾਦਤ ਸੀ ਨਾ। ਕੀ ਮੰਜ਼ਿਲ ਕੇਵਲ ਇਬਾਦਤ ਤੱਕ ਸੀ? ਨਹੀਂ, ਮੰਜ਼ਿਲ ਸ਼ਹਾਦਤ ਤੱਕ ਸੀ।